ਵੈਲਕਮ ਆਲ ਮਾਈ ਡੀਅਰ ਫਰੈਂਡਸ ਐਂਡ ਜਿਹੜੇ ਵੀ ਬੰਦੇ ਇਸ ਵੀਡੀਓ ਨੂੰ ਦੇਖ ਰਹੇ ਨੇ। ਮੈਂ ਅਨੁਵੇਸ਼ ਰਿਖੀ, ਮੈਂ ਕਲਾਸ BSc ਐਗਰੀਕਲਚਰ 3rd ਈਅਰ ਦਾ ਵਿਦਿਆਰਥੀ ਹਾਂ ਖਾਲਸਾ ਕਾਲਜ ਪਟਿਆਲੇ ਤੋਂ। ਤੇ ਇਹ ਇੰਟਰਵਿਊ ਮੈਂ ਕਰ ਰਿਹਾ ਗ੍ਰੀਨ ਹਾਊਸ ਦੇ ਬਾਰੇ। ਇਹਦੇ ਵਿੱਚ ਆਪਾਂ ਹਰਦੀਪ ਸਿੰਘ ਜੀ ਨਾਲ ਬੈਠੇ ਹਾਂ। ਇਹਨਾਂ ਦੇ ਕੋਲੇ ਆਪਦਾ ਮਤਲਬ ਟੋਟਲ 12 ਕਿੱਲੇ ਜ਼ਮੀਨ ਤੇ ਇਹ ਜਿਵੇਂ ਸਬਜ਼ੀ ਦੀ ਖੇਤੀ ਕਰਦੇ ਆ, ਫਰੂਟਸ ਦੀ ਖੇਤੀ ਕਰਦੇ ਆ, ਬੇਸਿਕਲੀ ਹਾਰਟੀਕਲਚਰਲ ਕ੍ਰੌਪਸ ਲਾਉਂਦੇ ਆ। ਉਹਦੇ ਵਿੱਚੋਂ 3 ਕਿੱਲੇ ਇਹਨਾਂ ਦੇ ਮਤਲਬ ਜਿਹੜਾ ਗ੍ਰੀਨ ਹਾਊਸ ਹੈ ਜਾਂ ਜਿਹਨੂੰ ਆਪਾਂ ਪੋਲੀ ਹਾਊਸ ਕਹਿ ਦਿੰਦੇ ਆ, ਉਹਦੇ ਅੰਡਰ ਨੇ। ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਥੋੜਾ ਜਿਹਾ ਗ੍ਰੀਨ ਹਾਊਸ ਬਾਰੇ ਦੱਸੋ, ਇਹ ਕੀ ਹੈ ਤੇ ਇਹਦੀ ਮਤਲਬ ਕੀ ਟੈਕਨੋਲੋਜੀ ਕੰਮ ਕਰਦੀ ਹੈ। ਜੀ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਗ੍ਰੀਨ ਹਾਊਸ ਹੈ ਪ੍ਰੋਡਕਟਡ ਕਲਟੀਵੇਸ਼ਨ ਹੈਗਾ। ਇਹ ਇਜ਼ਰਾਈਲ ਦੀ ਟੈਕਨੋਲੋਜੀ ਹੈ ਜਿਹੜੀ ਇੰਡੋ ਇਜ਼ਰਾਈਲ ਪਾਰਟਨਰਸ਼ਿਪ ਤੇ ਇੰਡੀਆ ਗਵਰਨਮੈਂਟ ਨੇ ਸ਼ੁਰੂ ਕੀਤੀ ਸੀ 2014 ਦੇ ਕਰੀਬ। ਤੇ ਉਦੋਂ ਅਸੀਂ ਵੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ 1 ਏਕੜ ਅਸੀਂ ਗ੍ਰੀਨ ਹਾਊਸ ਬਣਾਇਆ ਸੀਗਾ। ਤੇ ਜਿਹਦੇ 'ਚ ਕੀ ਹੈਗਾ ਕਿ ਇਹ ਕੁਦਰਤੀ ਮਾਰਾਂ ਤੋਂ ਜਿਹੜਾ ਕਿ ਬਚਾਅ ਦੇ ਲਈ ਬਣਾਇਆ ਗਿਆ ਹੈ। ਇਹਦੇ 'ਚ ਬਹੁਤ ਜ਼ਿਆਦਾ ਜਿਹੜੇ ਰੇਨ ਹੈ ਜਾਂ ਟੈਂਪਰੇਚਰ ਹੈ ਜਾਂ ਮੌਸਮ ਦੀ ਖਰਾਬੀ ਨੇ ਉਹਨਾਂ ਤੋਂ ਬਚਾਅ ਹੁੰਦਾ ਹੈ। ਤੇ ਇਹਦੇ 'ਚ ਸੀਜ਼ਨਲ ਦੀ ਬਜਾਏ ਨੌਨ ਸੀਜ਼ਨਲ ਜਿਹੜੇ ਕ੍ਰੌਪ ਨੇ ਗਰੋ ਕੀਤੇ ਜਾ ਸਕਦੇ ਨੇ ਜੀ। ਤੇ ਮਤਲਬ ਜਿਹੜਾ ਇੱਕ ਤੁਸੀਂ ਗ੍ਰੀਨ ਹਾਊਸ ਜਿਵੇਂ ਤੁਸੀਂ ਦੱਸਿਆ ਵੀ 1 ਏਕੜ ਦੇ ਵਿੱਚ ਅਸੀਂ ਪਹਿਲੇ ਸਾਲ ਲਾਇਆ ਸੀ, ਤਾਂ ਉਹਦੇ ਉੱਤੇ ਮਤਲਬ ਤਕਰੀਬਨ ਤੁਹਾਡਾ ਖਰਚਾ ਕਿੰਨਾ ਆ ਗਿਆ ਸੀ? ਇਹਦੇ ਤੇ 1 ਏਕੜ ਬਣਾਉਣ ਤੇ ਸਾਡਾ ਜਿਹੜਾ ਤਕਰੀਬਨ 34-35 ਲੱਖ ਖਰਚਾ ਆਇਆ ਸੀਗੇ 1 ਏਕੜ ਦੇ ਬਣਾਉਣ ਤੇ, ਜਿਹਦੇ 'ਚ ਸਾਨੂੰ 50% ਸਬਸਿਡੀ ਮਿਲਦੀ ਹੈ ਫਸਟ ਟਾਈਮ। ਜੇ 34 ਲੱਖ ਦਾ ਬਣਿਆ ਤਾਂ 17 ਲੱਖ ਸਬਸਿਡੀ ਸਾਨੂੰ ਮਿਲੀ, 16,80,82,000 ਰੁਪਏ। ਔਰ ਉਸ ਤੋਂ ਬਾਅਦ ਫਸਟ ਕ੍ਰੌਪ ਦੇ ਉੱਤੇ 2,82,000 ਦੀ ਸਬਸਿਡੀ ਮਿਲਦੀ ਹੈ। ਠੀਕ ਹੈ ਜੀ। ਤੇ ਉਹਦੇ ਵਿੱਚ ਕਿਹੜੇ ਗ੍ਰੀਨ ਹਾਊਸ ਦੇ ਵਿੱਚ ਕਿਹੜੇ ਐਲੀਮੈਂਟਸ ਨੇ ਮਤਲਬ ਜਿਨ੍ਹਾਂ ਤੇ ਇੰਨਾ ਖਰਚਾ ਹੁੰਦਾ? ਉਹਦੇ ਤੇ ਡ੍ਰਿਪ ਇਰੀਗੇਸ਼ਨ ਹੈ, ਸਟਿੰਗ ਫੋਗਰ ਸਿਸਟਮ ਹੈ, ਤੇ ਜਿਹੜਾ ਕਵਰਡ ਪੂਰਾ ਸੀਟ ਕਵਰ ਬਣਿਆ ਜਿਹੜਾ ਪੋਲੀ ਹਾਊਸ ਬਣਿਆ ਹੋਇਆ ਉਹ ਸਾਰਾ ਕੁਝ ਉਹਦੇ ਵਿੱਚ ਆਏਗਾ। ਤੇ ਉਹਦੇ ਤੋਂ ਬਿਨਾਂ ਜਿਹੜੀ ਆਹ ਪਾਈਪਸ ਨਾਲ ਇਹ ਖੜਾ ਹੁੰਦਾ ਜਾਂ ਇਹਦੇ ਵਿੱਚ ਜਿਹੜੀ ਪਲਾਸਟਿਕ ਫਿਲਮ ਲੱਗੀ ਹੈ ਜਿਹੜੀ UV ਸੀਟ ਹੈ, ਹਾਂਜੀ, ਇਹਦੇ ਸ਼ੇਡ ਐਂਡ ਡਰਾਈਨ ਤੇ ਆਪਣਾ ਸ਼ੇਡ ਨੈਟ ਹੋ ਗਿਆ, ਸਟਰਕਚਰ ਹੋ ਗਿਆ, ਤੇ ਪਲੱਸ ਜਿਹੜਾ ਇਹਨੂੰ ਜਾਲੀ ਨਾਲ ਕਵਰ ਕੀਤਾ ਹੋਇਆ ਸਾਡਾ ਹੋਣਾ ਜੀ। ਉਹ ਕੰਪਲੀਟ ਜਿਹੜਾ 34 ਲੱਖ ਹੋ ਜਾਂਦਾ। ਠੀਕ ਹੈ। ਆਪਾਂ ਨੂੰ ਹੁਣ ਜਿਵੇਂ ਤੁਸੀਂ ਦੱਸਿਆ ਵੀ ਟੋਟਲੀ ਬੰਦ ਹੁੰਦਾ, ਤਾਂ ਫਿਰ ਜਿਹੜੀ ਇਹਦੀ ਮਤਲਬ ਕਿ ਹਵਾ ਦੀ ਅਵੇਲੇਬਿਲਿਟੀ ਹੈ ਜਾਂ ਫਿਰ ਜਿਵੇਂ ਆਪਾਂ ਕਹੀਏ ਜਿਹੜੀ ਵੈਂਟੀਲੇਸ਼ਨ ਹੈ ਉਹ ਕਿੱਦਾਂ ਹੁੰਦੀ ਹੈ ਇਹਦੇ ਵਿੱਚ ਗ੍ਰੀਨ ਹਾਊਸ ਦੇ ਵਿੱਚ? ਵੈਂਟੀਲੇਸ਼ਨ ਲਈ ਨਾ ਇਹਦੇ ਤੇ ਕਟਨ ਲੱਗੇ ਹੋਏ ਨੇ, ਸੀਟਾਂ ਨੇ ਜਿਹੜੀਆਂ ਉਹਨਾਂ ਨੂੰ ਰੋਲ ਕੀਤਾ ਇਕੱਠਾ ਕੀਤਾ ਜਾਂਦਾ ਤੇ ਹਵਾ ਦੀ ਜਿਹੜੀ ਕ੍ਰੋਸਿੰਗ ਹੈ ਸ਼ੁਰੂ ਹੋ ਜਾਂਦੀ ਹੈ। ਜੇ ਸਾਨੂੰ ਗਰਮੀ 'ਚ ਲੋੜ ਪੈਂਦੀ ਹੈ, ਸਰਦੀ 'ਚ ਸਾਨੂੰ ਹਵਾ ਦੀ ਜੇ ਨਹੀਂ ਜ਼ਰੂਰਤ ਅਸੀਂ ਉਹਨੂੰ ਬਿਲਕੁਲ ਬੰਦ ਕਰ ਦਿੰਦੇ ਹਾਂ। ਉਹਦੇ ਨਾਲ ਥੋੜੀ ਜਿਹੀ ਵੀ ਧੁੱਪ ਪੈਣ ਨਾਲ ਜਿਹੜਾ ਟੈਂਪਰੇਚਰ ਉਹ ਜਿੱਥੇ ਬਾਹਰ ਟੈਂਪਰੇਚਰ ਸਰਦੀ ਦੇ ਵਿੱਚ ਅਸੀਂ ਗੱਲ ਕਰੀਏ 20 ਹੁੰਦਾ ਤਾਂ ਅੰਦਰ 30 ਹੁੰਦਾ ਹੈ। ਜਿੱਥੇ ਅਸੀਂ ਬਾਹਰ ਕੋਟੀਆਂ 'ਚ ਕੰਮ ਕਰਦੇ ਹਾਂ, ਜੈਕਟਾਂ ਪਾ ਕੇ ਰੱਖਦੇ ਹਾਂ, ਤਾਂ ਇਹਦੇ 'ਚ ਅਸੀਂ ਜਿਹੜਾ ਇੱਕ ਟੀ-ਸ਼ਰਟ 'ਚ ਕੰਮ ਕੀਤਾ ਜਾ ਸਕਦਾ। ਠੀਕ ਹੈ ਨਾ ਜੀ। ਮਤਲਬ ਇਹਦੇ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਵੀ ਜਿਹੜਾ ਪੋਲੀ ਹਾਊਸ ਹੈ ਜਾਂ ਜਿਹੜਾ ਗ੍ਰੀਨ ਹਾਊਸ ਹੈ ਉਹਨੂੰ ਆਪਾਂ ਸਿਰਫ ਸਰਦੀ 'ਚ ਵਰਤ ਸਕਦੇ ਹਾਂ ਤੇ ਗਰਮੀ 'ਚ ਆਪਾਂ ਵਰਤ ਨਹੀਂ ਸਕਦੇ। ਇਹਦੇ ਬਾਰੇ ਮਤਲਬ ਤੁਹਾਡਾ ਕੀ ਵਿਚਾਰ ਹੈ ਵੀ ਇਹ ਗਲਤ ਹੈ ਕਿ ਸਹੀ? ਨਹੀਂ, ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਜੇ ਇੰਨਾ ਮਹਿੰਗਾ ਸਟਰਕਚਰ ਅਸੀਂ ਕਹਿੰਦੇ ਪ੍ਰੋਡਕਟਡ ਕਲਟੀਵੇਸ਼ਨ ਹੈ ਤਾਂ ਇਹ ਸਾਨੂੰ ਉਹਨਾਂ ਚੀਜ਼ਾਂ ਤੋਂ ਬਚਾਉਂਦੀ ਹੈ ਤਾਂ ਅਸੀਂ ਕੀ ਕਰਦੇ ਹਾਂ, ਅਸੀਂ ਬਿਲਕੁਲ ਹਰ ਮੰਥ ਅਸੀਂ ਅਪ੍ਰੈਲ 'ਚ, ਮਈ 'ਚ, ਜੂਨ 'ਚ, ਜੁਲਾਈ, ਅਗਸਤ ਹਰ ਮੰਥ ਅਸੀਂ ਕ੍ਰੌਪ ਲਾ ਕੇ ਦੇਖੀ ਹੈ। ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈਗੀ। ਥੋੜਾ ਜਿਹਾ ਕੰਮ ਕਰਨ ਦੀ ਮੁਸ਼ਕਿਲ ਜ਼ਰੂਰ ਆਉਂਦੀ ਹੈ, ਪਰ ਉਹਨੂੰ ਵੀ ਜੇ ਅਸੀਂ ਥੋੜਾ ਮੋਟਾ ਜਦੋਂ ਗਰਮੀ ਦਾ ਜ਼ਿਆਦਾ ਟਾਈਮ ਹੈ ਪਾਣੀ ਦੀ ਸ਼ਾਵਰਿੰਗ ਨਾਲ ਅਸੀਂ ਉਹਨੂੰ ਟੈਂਪਰੇਚਰ ਨੂੰ ਜਾਂ ਫੋਕਸ ਸਿਸਟਮ ਨਾਲ ਕੰਟਰੋਲ ਕਰ ਲੈਂਦੇ ਹਾਂ ਜੀ। ਤੇ ਹੁਣ ਜਿਵੇਂ ਅਪ੍ਰੈਲ ਦਾ ਮੰਥ ਹੈ ਤਾਂ ਫਿਰ ਮਤਲਬ ਹੁਣ ਤੁਸੀਂ ਉੱਥੇ ਕੀ ਲਾਇਆ ਹੋਇਆ? ਅਸੀਂ ਹੁਣ ਵੀ 2 ਦਿਨ ਪਹਿਲਾਂ ਖੀਰੇ ਦੀ ਸੋਇੰਗ ਕੀਤੀ ਹੈ। ਓਕੇ। ਜਿਹੜਾ ਸਾਡਾ ਜੂਨ ਜੁਲਾਈ ਹੁੰਦਾ ਕੀ ਹੈ ਪੋਲੀ ਹਾਊਸ ਦੇ ਵਿੱਚ ਨਾ ਸਾਲ ਦੇ ਵਿੱਚ 2 ਮੰਥ ਇੱਦਾਂ ਦੇ ਨੇ ਜਦੋਂ ਖੀਰਾ ਤੇ ਜਿਹੜੀ ਸ਼ਿਮਲਾ ਮਿਰਚ ਹੈ ਇਹ ਬਾਹਰ ਨਹੀਂ ਹੁੰਦੇ। ਇਹ ਸਭ ਤੋਂ ਜ਼ਿਆਦਾ ਰੇਟ ਹੁੰਦਾ ਹੈ ਜਿਵੇਂ ਕਿ ਫਰਵਰੀ ਤੇ ਅਗਸਤ। ਠੀਕ ਹੈ ਨਾ। ਸਾਨੂੰ ਉਹ ਮਹੀਨੇ ਅਸੀਂ ਹਰ ਸਾਲ ਟਾਰਗੇਟ ਕਰਦੇ ਹਾਂ ਕਿ ਸਾਡੀਆਂ ਫਸਲਾਂ ਉਹਨਾਂ ਮਹੀਨਿਆਂ 'ਚ ਹੀ ਹੋਣ ਜਦੋਂ ਮਾਰਕੀਟ ਦੇ ਵਿੱਚ ਬਿਲਕੁਲ ਵੀ ਨਹੀਂ ਹੁੰਦੇ। ਤੇ ਮਤਲਬ ਜਿਹੜਾ ਇੱਕ ਪੋਲੀ ਹਾਊਸ ਹੈ ਜਿਵੇਂ ਆਪਾਂ ਨੂੰ ਪਤਾ ਵੀ ਉਹਦੇ ਉੱਤੇ ਜਦੋਂ ਆਪਾਂ ਇੱਕ ਵਾਰ ਉਹ ਪੂਰਾ ਸੈਟਅਪ ਲਾਤਾ ਤਾਂ ਮਤਲਬ ਉਹ ਇੱਕ ਲੈਂਡ ਪੀਸ ਤੇ ਮੰਨ ਲਓ ਜਿਹੜੇ 1 ਏਕੜ ਦੇ ਤੁਸੀਂ ਸਭ ਤੋਂ ਪਹਿਲਾਂ ਲਾਇਆ ਸੀ, ਉਹ ਕਿੰਨੇ ਟਾਈਮ ਲਈ ਤੁਸੀਂ ਪੋਲੀ ਹਾਊਸ ਉੱਥੇ ਰੱਖਿਆ ਸੀ? ਮਤਲਬ ਉਹ ਚੇਂਜ ਕਰਨਾ ਪਿਆ ਤੁਹਾਨੂੰ ਕਿ ਹਜੇ ਵੀ ਉੱਥੇ ਖੜਾ? ਨਹੀਂ, ਉੱਥੇ ਖੜਾ। ਅਸੀਂ 7-8 ਸਾਲ ਪਹਿਲਾਂ ਲਗਾਇਆ, ਉਹ ਅੱਜ ਤੱਕ ਵੀ ਉੱਥੇ ਖੜਾ ਹੈ। ਇਹੋ ਜਿਹੀ ਕੋਈ ਮੁਸ਼ਕਿਲ ਨਹੀਂ ਹੈ। ਹੁੰਦਾ ਕੀ ਹੈ
ਅਸੀਂ ਇੱਕ ਟਾਈਮ ਅਸੀਂ ਸਾਲ ਦੇ ਵਿੱਚ ਉਹਨੂੰ 100 ਦਿਨ ਲਈ ਖਾਲੀ ਛੱਡ ਕੇ ਉਹਦੇ 'ਚ ਗੋਬਰ ਦੀਆਂ ਖਾਦਾਂ ਪਾ ਕੇ ਤੇ ਉਹਨੂੰ ਸਟਰਲਾਈਜ਼ ਕਰ ਲੈਂਦੇ ਹਾਂ ਤੇ ਫਿਰ ਜਿਹੜੀ ਨੀਮਾਟੋਡ ਦੀ ਪ੍ਰੋਬਲਮ ਉਹ ਨਹੀਂ ਆਉਂਦੀ। ਠੀਕ ਹੈ। ਹਾਂਜੀ। ਤੇ ਮਤਲਬ ਉਹਦੇ ਵਿੱਚ ਤੁਸੀਂ ਜਿਹੜੇ ਹੁਣ ਸਾਨੂੰ ਪਤਾ ਵੀ ਤੁਸੀਂ ਆਰਗੈਨਿਕ ਖੇਤੀ ਕਰਦੇ ਹੋ, ਜਿੰਨੀ ਵੀ ਕਰਦੇ ਹੋ, ਮਤਲਬ ਆਰਗੈਨਿਕ ਜੇ ਆਪਾਂ ਨਾ ਕਹੀਏ, ਮਤਲਬ ਸਾਰੀ ਤੁਸੀਂ ਗ੍ਰੀਨ ਖੇਤੀ ਕਰਦੇ ਹੋ ਵੀ, ਮਤਲਬ ਜਿਹਦੇ ਨਾਲ ਲੋਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੁੰਦਾ, ਤਾਂ ਫਿਰ ਤੁਸੀਂ ਫਰਟੀਲਾਈਜ਼ਰ ਕਿਹੜੇ ਯੂਜ਼ ਕਰਦੇ ਹੋ ਉਹਦੇ ਵਾਸਤੇ? ਫਰਟੀਲਾਈਜ਼ਰ ਸਾਡੇ ਕੋਲ ਬਹੁਤ ਜ਼ਿਆਦਾ ਜਿਹੜੇ ਫਰਟੀਲਾਈਜ਼ਰ ਬਾਇਓ ਦੇ ਵਿੱਚ ਨੇ। ਅਸੀਂ ਗੋਬਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਤੇ ਜੇ ਕਿਤੇ ਲੋੜ ਪੈਂਦੀ ਹੈ ਸਾਡੇ ਜਿਹੜੇ ਰਿਲੇਟਡ ਫਾਰਮ ਦੇ ਜਿਵੇਂ ਫਰਟੀਲਾਈਜ਼ਰ ਹੈ ਨਾ, ਅਸੀਂ ਉਹਨਾਂ ਦੀ ਵਰਤੋਂ ਕਰਦੇ ਹਾਂ। DAP ਜਾਂ ਇੱਦਾਂ ਦੀ ਨਹੀਂ ਅਸੀਂ ਵਰਤੋਂ ਕਰਦੇ। ਠੀਕ ਹੈ, ਮਤਲਬ ਤੁਸੀਂ ਬੇਸਿਕਲੀ ਲਿਕੁਇਡ ਫਰਟੀਲਾਈਜ਼ਰ ਯੂਜ਼ ਕਰਦੇ ਹੋ? ਲਿਕੁਇਡ ਫਰਟੀਲਾਈਜ਼ਰ ਸਾਡੇ ਕੋਲ ਬਹੁਤ ਕੰਪਨੀਆਂ ਨੇ ਜਿਹੜੇ ਬਾਇਓ ਫਰਟੀਲਾਈਜ਼ਰ ਨੇ, ਅਸੀਂ ਪਹਿਲਾਂ ਉਹਨਾਂ ਨੂੰ ਵਰਤਦੇ ਹਾਂ। ਜੇ ਸਾਨੂੰ ਕਿਸੇ ਸਟੇਜ ਤੇ ਸਾਨੂੰ ਲੋੜ ਪਈ ਤਾਂ ਸਾਨੂੰ ਕਿਤੇ ਵਰਤਣਾ ਪਿਆ ਤਾਂ ਵਰਤਾਂਗੇ, ਅਦਰਵਾਈਜ਼ ਅਸੀਂ ਕੈਮੀਕਲ ਫਰਟੀਲਾਈਜ਼ਰ। ਠੀਕ ਹੈ। ਤੇ ਜਿਵੇਂ ਮਤਲਬ ਜਿਹੜਾ ਇੱਕ ਗ੍ਰੀਨ ਹਾਊਸ ਹੈ, ਆਪਾਂ ਨੂੰ ਪਤਾ ਵੀ ਬਾਹਰੋਂ ਉਹਦੇ ਵਿੱਚ ਹਿਊਮਿਡਿਟੀ ਵੀ ਜ਼ਿਆਦਾ ਹੁੰਦੀ ਹੈ ਤੇ ਟੈਂਪਰੇਚਰ ਵੀ ਜ਼ਿਆਦਾ ਹੁੰਦਾ, ਤਾਂ ਫਿਰ ਇਹਦੇ ਵਿੱਚ ਖਤਰਾ ਇਹ ਨਹੀਂ ਰਹਿੰਦਾ ਵੀ ਉਹਨੂੰ ਇਨਸੈਕਟ ਦੀ ਮਾਰ ਵੀ ਜ਼ਿਆਦਾ ਪਊਗੀ, ਤਾਂ ਫਿਰ ਉਹਦੇ ਵਾਸਤੇ ਤੁਸੀਂ ਕੀ ਕਰਦੇ ਹੋ? ਇਨਸੈਕਟ ਲਈ ਵੀ ਸਾਡੇ ਕੋਲ ਬਾਇਓ ਫਰਟੀਲਾਈਜ਼ਰ ਹੈਗੇ ਜੀ। ਉਹਦੇ ਲਈ ਅਸੀਂ ਉਹਨਾਂ ਨੂੰ ਟ੍ਰੀਟ ਕਰਦੇ ਹਾਂ। ਉਹਦੇ ਨਾਲ ਤਾਂ ਸਾਨੂੰ ਬਹੁਤਾ ਦੇਖੋ, ਇੱਕ ਜਿਹੜਾ ਜੋ ਅਗਸਤ ਦਾ ਥੋੜਾ ਮਹੀਨਾ ਔਖਾ ਹੁੰਦਾ, ਅਸੀਂ ਉਸ ਟਾਈਮ 'ਚ ਤਕਰੀਬਨ ਪੋਲੀਹਾਊਸ ਨੂੰ ਥੋੜਾ ਜਿਹਾ ਸੰਭਾਲ ਕੇ ਪਲਾਂਟ ਘੱਟ ਲਾ ਲੈਂਦੇ ਹਾਂ, ਪੌਦੇ ਘੱਟ ਲਾ ਲੈਂਦੇ ਹਾਂ ਤੇ ਥੋੜਾ ਜਿਹਾ ਐਡਵਾਂਸ ਦੇ ਵਿੱਚ ਅਸੀਂ ਉਹ ਟ੍ਰੀਟ ਕਰਦੇ ਰਹਿੰਦੇ ਹਾਂ, ਜਿੱਦਾਂ ਕਿ ਨੀਮ ਆਇਲ ਹੈ। ਨੀਮ ਆਇਲ ਨਾਲ ਅਸੀਂ ਕਾਫੀ ਚੀਜ਼ਾਂ ਨੂੰ ਕੰਟਰੋਲ ਕਰਦੇ ਹਾਂ। ਤੇ ਉਦੋਂ ਬਿਨਾਂ ਮਤਲਬ ਤੁਹਾਡੀ, ਜਿਵੇਂ ਤੁਸੀਂ ਕਿਹਾ ਵੀ ਅਸੀਂ ਖਾਦ ਪਾਉਂਦੇ ਆਂਗੇ ਬਹੁਤ ਜ਼ਿਆਦਾ ਗੋਬਰ ਦੀ, ਤਾਂ ਫਿਰ ਉਹਦਾ ਤੁਹਾਡਾ ਕੋਈ ਪੱਕਾ ਸੋਰਸ ਹੈ ਜਾਂ ਫਿਰ ਤੁਹਾਨੂੰ ਦੂਰੋਂ ਲਿਆਉਣੀ ਪੈਂਦੀ ਹੈ? ਨਹੀਂ, ਨੇੜੇ ਸਾਡੇ ਸਿਰਫ ਇੱਕ ਅੱਧਾ ਕਿਲੋਮੀਟਰ ਦੂਰ ਸਾਡੇ ਇੱਕ ਫਾਰਮ ਹੈਗਾ, ਜਿੱਥੇ ਮੈਂ 2 ਦਿਨ ਪਹਿਲਾਂ ਵੀ 100 ਟਰਾਲੀ ਅਸੀਂ ਉਹਨਾਂ ਤੋਂ ਗੋਬਰ ਲੈਂਦੇ ਹਾਂ ਹਰ ਸਾਲ। ਫਿਰ ਉਹਦੇ ਤੇ ਕਿੰਨਾ ਖਰਚਾ ਆ ਜਾਂਦਾ ਤੁਹਾਡਾ ਨੈਚੁਰਲ ਖਾਦ ਤੇ? ਜਿਹੜੀ ਚੰਗੀ ਖਾਦ ਆ ਉਹਨਾਂ ਨੇ ਉਹਨੂੰ ਖੱਡੇ ਦੇ ਵਿੱਚ ਰੱਖਿਆ ਹੋਇਆ ਹੈ। ਉਹਨਾਂ ਨੇ ਨਾ ਤਾਂ ਉਹਦੇ 'ਚ ਕੋਈ ਗੰਦ ਹੈ, ਕੋਈ ਪੋਲੀਥੀਨ ਹੈ, ਕੋਈ ਮਿੱਟੀ ਹੈ, ਬਿਲਕੁਲ ਅੱਛਾ ਗੋਬਰ ਹੈ। ਔਰ ਉਹ 10 ਫੁੱਟ ਗਹਿਰਾ ਖੱਡਾ ਪੱਟ ਕੇ ਉਹਨਾਂ ਨੇ ਉਹਦੇ 'ਚ ਰੱਖੀ ਹੋਈ ਹੈ। ਉਹ 1400-1500 ਰੁਪਏ ਸਾਨੂੰ ਟਰਾਲੀ ਦਿੰਦੇ ਨੇ, ਜਿਹੜੀਆਂ ਅਸੀਂ 1 ਏਕੜ ਦੇ ਵਿੱਚ 20 ਟਰਾਲੀਆਂ ਜਿਹੜੀਆਂ ਗ੍ਰੀਨ ਹਾਊਸ ਦੇ ਵਿੱਚ ਪਾਣੀ ਪਾਉਂਦੇ ਹਾਂ ਹਰ ਸਾਲ ਜੀ। ਤੇ ਉਸ ਤੋਂ ਬਿਨਾਂ ਮਤਲਬ ਇਹਦੀ ਗ੍ਰੀਨ ਹਾਊਸ ਦੇ ਬਾਰੇ ਇੱਕ ਹੋਰ ਮਿਸਕਨਸੈਪਸ਼ਨ ਹੈਗੀ ਲੋਕਾਂ ਦੀ ਵੀ, ਇਹਦੇ ਵਿੱਚ ਜਿਵੇਂ ਜੇ ਕਹਿੰਦੇ ਵੀ ਲੋੜ ਤੋਂ ਵੱਧ ਟਾਈਮ ਵਾਸਤੇ, ਮਤਲਬ ਜੇ ਕੋਈ ਸਬਜ਼ੀ ਰਹਿ ਗਈ, ਜਿਵੇਂ ਤੁਸੀਂ ਸਪਰੇਅ ਕਰਤੀ, ਤਾਂ ਉਹ ਸਪਰੇਅ ਦਾ ਜਿਹੜਾ ਰੈਜ਼ੀਡੂਅਲ ਇਫੈਕਟ ਆ ਉਹ ਜ਼ਿਆਦਾ ਦੇਰ ਰਹਿੰਦਾ। ਅਸੀਂ ਉਦਾਂ ਦੀ ਸਪਰੇਅ ਕਰਦੇ ਹੀ ਨਹੀਂ ਜਿਨ੍ਹਾਂ ਨੂੰ ਸਾਨੂੰ ਵੇਟਿੰਗ ਕਰਨੀ ਪੈਂਦੀ ਹੋਵੇ। ਅਸੀਂ ਬਿਨਾਂ ਕਿਸੇ ਜ਼ਹਿਰ ਵਾਲੀ ਸਪਰੇਅ ਦਾ ਵਰਤੋਂ ਕਰਦੇ ਹਾਂ। ਜਦੋਂ ਅਸੀਂ ਹਾਰਵੈਸਟਿੰਗ ਕਰਦੇ ਹਾਂ ਉਦੋਂ ਤਾਂ ਅਸੀਂ ਕੋਈ ਉਹ ਵੀ ਸਪਰੇਅ ਨਹੀਂ ਕਰਾਂਗੇ ਜੀ। ਤੇ ਮਤਲਬ ਇਹਦਾ ਜਿੰਨਾ ਮਤਲਬ ਇੱਕ ਮੈਂ ਕਹਿਣਾ ਚਾਹੂੰਗਾ, ਇਹਦਾ ਆਪਣਾ ਜਿਹੜੇ ਉਰੇ ਗ੍ਰੀਨ ਹਾਊਸ ਲੱਗਿਆ ਹੈ, ਇਹ ਆਪਣਾ ਹਾਈ ਟੈਕ ਦੇ ਵਿੱਚ ਆਉਂਦਾ ਕਿ ਮੀਡੀਅਮ ਟੈਕ 'ਚ? ਮਤਲਬ ਹਾਈ ਟੈਕ 'ਚ ਤਾਂ ਸਾਰਾ ਕੁਝ ਤੁਸੀਂ ਇੱਕ ਫੋਨ ਨਾਲ ਕੰਟਰੋਲ ਕਰ ਸਕਦੇ ਹੋ, ਮੀਡੀਅਮ ਟੈਕ 'ਚ ਤੁਹਾਨੂੰ ਆਪ ਕਰਨਾ ਪੈਂਦਾ? ਹਾਈ ਟੈਕ ਨਹੀਂ ਹੈ, ਮੈਨੂਅਲ ਹੈ ਇਹ ਸਾਰਾ ਮੈਨੂਅਲ ਹੈ, ਮੀਡੀਅਮ ਟੈਕ। ਮੈਨੂਅਲ। ਤੇ ਇਹਦੀ ਮੇਨਟੇਨੈਂਸ ਤੇ ਕਿੰਨਾ ਖਰਚਾ ਆਉਂਦਾ ਸਾਲ 'ਚ? ਮੇਨਟੇਨੈਂਸ ਦੇਖੋ ਪਹਿਲੇ ਸਾਲਾਂ 'ਚ ਤਾਂ ਨਹੀਂ ਆਉਂਦਾ, 4-5 ਸਾਲ ਬਾਅਦ ਜਦੋਂ ਸੀਟ ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਸਾਨੂੰ ਉਹਨਾਂ ਸੀਟਾਂ ਚੇਂਜ ਕਰਨ ਦੇ ਆਈਡੀਆ ਕੋਈ 4-5 ਲੱਖ ਰੁਪਏ ਦੇ ਖਰਚ ਆਉਂਦੇ ਨੇ। ਅਸੀਂ ਉਹ ਜਿੱਦਾਂ ਇੱਕ ਦੋ ਸੀਟ ਫਟਦੀ ਰਹੀ, ਅਸੀਂ ਉਹਨੂੰ ਚੇਂਜ ਕਰਦੇ ਰਹੇ, ਤਾਂ ਆਈਡੀਆ 4-5 ਲੱਖ ਰੁਪਏ ਸਾਨੂੰ 5 ਸਾਲ ਬਾਅਦ 6 ਸਾਲ ਬਾਅਦ ਖਰਚ ਕਰਨੇ ਪੈਂਦੇ ਆ। 5-6 ਸਾਲ ਬਾਅਦ, 4 ਸਾਲ ਬਾਅਦ ਨਹੀਂ, 5-6 ਸਾਲ ਬਾਅਦ ਸਾਨੂੰ ਖਰਚ ਕਰਨੇ ਪੈਂਦੇ ਇਸ ਤੋਂ ਜ਼ਿਆਦਾ। ਤੇ ਤੁਹਾਨੂੰ ਇਹਦੇ ਵਿੱਚੋਂ ਮਤਲਬ ਪ੍ਰੋਫਿਟ ਕਿੰਨਾ ਹੁੰਦਾ, ਮਤਲਬ ਕਿੰਨੇ ਪਰਸੈਂਟ ਜੇ ਕੋਈ? ਸਾਨੂੰ ਇਹ ਲੱਗਦਾ ਕਿ ਅਸੀਂ 1 ਏਕੜ ਪੋਲੀ ਹਾਊਸ ਤੋਂ 1 ਸਾਲ ਦੇ ਵਿੱਚ ਐਵਰੇਜ 12 ਤੋਂ 14-15 ਲੱਖ ਇਨਕਮ ਲੈ ਆਉਂਦੇ ਹਾਂ। ਤੇ ਉਹਦੀ ਇਨਪੁਟ ਕਿੰਨੀ ਹੁੰਦੀ? ਆਈਡੀਆ 3 ਲੱਖ 3.5 ਲੱਖ ਰੁਪਏ। ਮਤਲਬ ਤੁਸੀਂ 9 ਲੱਖ ਰੁਪਏ ਬਚਾਉਂਦੇ? 9 ਲੱਖ ਤੋਂ 12 ਲੱਖ ਰੁਪਏ। ਮਤਲਬ ਤੁਹਾਨੂੰ ਫਿਊਚਰ ਦੇ ਪਰਸਪੈਕਟਿਵ ਤੋਂ ਤੁਸੀਂ ਕਿਵੇਂ ਸੋਚਦੇ ਹੋ ਵੀ ਇਹ ਅੱਗੇ ਫਾਇਦੇ ਦਾ ਧੰਦਾ ਹੈ ਜਾਂ ਫਿਰ ਇਹ ਮਤਲਬ ਹੁਣ ਟਾਈਮ ਦੇ ਨਾਲ ਇਹਦਾ ਘਟ ਰਿਹਾ ਸਕੋਪ? ਮੈਂ ਕਹਿਣਾ ਚਾਹੂੰਗਾ ਕਿ ਇਸ ਤੋਂ ਵਧੀਆ ਕੋਈ ਬਿਜ਼ਨਸ ਨਹੀਂ ਹੈਗਾ। ਅਗਰ ਇੱਕ ਫੈਮਿਲੀ, ਮਤਲਬ ਬਹੁਤ ਛੋਟੀ ਫੈਮਿਲੀ, ਮੀਆਂ ਬੀਵੀ ਹੋਵੇ, ਤਾਂ ਉਹ 2 ਜਣੇ ਵੀ ਇੱਕ ਪੋਲੀ ਹਾਊਸ ਲਗਾਉਂਦੇ ਨੇ ਤਾਂ ਉਹ ਇੱਕ ਗਵਰਨਮੈਂਟ ਜੌਬ ਨੂੰ ਵੱਧ ਸੈਲਰੀ ਲੈ ਸਕਦੇ ਨੇ। ਠੀਕ ਹੈ, ਉਹਨਾਂ ਲਈ ਬੜਾ ਵਧੀਆ ਬਿਜ਼ਨਸ ਹੈ ਔਰ ਟੈਨਸ਼ਨ ਫਰੀ ਬਿਜ਼ਨਸ ਹੈ ਤੇ ਇੱਕ ਭਲੇ ਦਾ ਕੰਮ ਹੈ। ਮੈਂ ਚਾਹੂੰਗਾ ਕਿ ਠੀਕ ਹੈ, ਇਹਦੇ ਤੇ ਗਵਰਨਮੈਂਟ ਨੂੰ ਸਬਸਿਡੀ ਵੀ ਜ਼ਿਆਦਾ ਤੋਂ ਜ਼ਿਆਦਾ ਦੇਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਪੋਲੀ ਹਾਊਸ ਨੂੰ ਲਾਉਣਾ ਚਾਹੀਦਾ। ਜਿਵੇਂ ਤੁਸੀਂ ਕਿਹਾ ਵੀ 3 ਏਕੜ ਦੇ ਵਿੱਚ ਹੈ, ਮਤਲਬ ਜਿਹੜਾ ਤੁਹਾਡਾ ਪੋਲੀ ਹਾਊਸ ਨਾ ਕਹਿ ਲਓ ਵੀ ਤੁਸੀਂ ਉੱਤੇ ਕਵਰ ਕੀਤਾ ਹੋਇਆ, ਤਾਂ ਫਿਰ ਮਤਲਬ ਉਹਦੇ ਤੇ ਤੁਹਾਡੇ ਵਰਕਰ ਕਿੰਨੇ ਲੱਗੇ? ਸਾਡੇ ਕੋਲ ਵੈਸੇ ਤਾਂ 25-26 ਏਕੜ ਦੇ ਅਸੀਂ ਕੰਮ ਕਰਦੇ ਹਾਂ। ਹਾਂਜੀ। ਉਹਦੇ ਸਾਡੇ ਕੋਲ 30 ਵਰਕਰ ਨੇ। ਠੀਕ ਹੈ। ਉਹ ਰਲੇ ਮਿਲੇ ਕੰਮ ਕਰਦੇ ਨੇ, ਕਦੇ ਅੰਦਰ ਕਦੇ ਬਾਹਰ। ਕਦੇ ਇਹ ਨਹੀਂ ਕਿ ਅਸੀਂ 1 ਏਕੜ ਲਈ ਨਹੀਂ। 1 ਏਕੜ ਲਈ ਅਗਰ ਅਸੀਂ ਕੈਪਸਿਕਮ ਦੀ ਗੱਲ ਕਰਦੇ ਹਾਂ, ਸ਼ਿਮਲਾ ਮਿਰਚ ਦੀ ਗੱਲ ਕਰਦੇ ਹਾਂ, ਤਾਂ ਉਹਦੇ 'ਚ 1 ਮਹੀਨੇ ਲਈ 2 ਵਰਕਰਾਂ ਦੀ, ਉਸ ਤੋਂ ਬਾਅਦ 1 ਵਰਕਰ ਦੀ ਲੋੜ ਹੈ, ਇਸ ਤੋਂ ਜ਼ਿਆਦਾ ਨਹੀਂ ਹੈ।
ਖੀਰੇ ਦੇ ਵਿੱਚ 3 ਬੰਦਿਆਂ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹਦੀ ਹਾਰਵੈਸਟਿੰਗ ਜਿਹੜੀ ਹਰ ਰੋਜ਼ ਕਰਨੀ ਪੈਂਦੀ ਹੈ। ਤੇ ਜਿਹੜੀ ਡ੍ਰਿਪ ਇਰੀਗੇਸ਼ਨ ਟੈਕਨੋਲੋਜੀ ਹੈ ਉਹਦੇ ਵਿੱਚ ਤੁਸੀਂ ਯੂਜ਼ ਕਰਦੇ ਹੋ, ਉਹਦੀ ਮੇਨਟੇਨੈਂਸ ਕਿੰਨੀ ਕੁ ਚਾਹੀਦੀ ਹੈ? ਨਹੀਂ, ਉਹਦੀ ਜ਼ਰੂਰਤ ਨਹੀਂ ਹੈ, ਉਹਦੀ ਬੜੀ ਲੌਂਗ ਲਾਈਫ ਹੈ। ਅਗਰ ਅਸੀਂ ਥੋੜਾ ਉਹਨੂੰ ਸੰਭਾਲ ਕੇ ਰੱਖਦੇ ਹਾਂ ਤਾਂ ਉਹ 25 ਸਾਲ ਉਹਦੀ ਲਾਈਫ ਹੈਗੀ ਹੈ ਜੀ, ਉਹ ਖਰਾਬ ਨਹੀਂ ਹੁੰਦੀ। ਮਤਲਬ ਸੇਮ ਪਾਈਪ ਨਾਲ ਸੇਮ ਜਿਹੜੀ ਆਪਾਂ ਸਟਾਰਟਿੰਗ ਸਾਨੂੰ ਵੀ 8 ਸਾਲ ਹੋ ਗਏ, ਅੱਜ ਤੱਕ ਸਾਨੂੰ ਉਹਦੀ ਡ੍ਰਿਪ ਦੀ ਕੋਈ ਮੁਸ਼ਕਲ ਨਹੀਂ ਆਈ। ਠੀਕ ਹੈ, ਜਦੋਂ ਅਸੀਂ ਕਿਸੇ ਕ੍ਰੌਪ ਦਾ ਐਂਡ ਹੁੰਦਾ ਅਸੀਂ ਉਹਨੂੰ ਚੰਗੇ ਤਰੀਕੇ ਨਾਲ ਸਫਾਈ ਕਰਦੇ ਹਾਂ। ਇਹਦੇ ਕਹਿੰਦੇ ਹੁੰਦੇ ਨੇ ਵੀ ਇਹ ਦਿੱਕਤ ਹੁੰਦੀ ਹੈ ਡ੍ਰਿਪ ਇਰੀਗੇਸ਼ਨ ਦੀ, ਵੀ ਇਹ ਕਲੌਗ ਬਹੁਤ ਜ਼ਿਆਦਾ ਕਰਦੀ ਹੈ, ਵਿੱਚ ਇਹਦੇ ਸਮਾਨ ਫਸ ਜਾਂਦਾ ਪਾਣੀ 'ਚ ਜਿੱਦਾਂ। ਦੇਖੋ, ਉਹ ਸਾਡੀਆਂ ਗਲਤੀਆਂ ਨੇ ਜੀ। ਅਸੀਂ ਜਦੋਂ ਵੀ ਕਿਸੇ ਕ੍ਰੌਪ ਦਾ ਐਂਡ ਹੁੰਦਾ ਤਾਂ ਅਸੀਂ ਉਹਦੇ ਕੀ ਅੱਗੇ ਜਿਹੜੇ ਬਾਲ ਹੁੰਦੇ ਨੇ ਐਂਡ ਦੇ, ਉਹਨਾਂ ਨੂੰ ਖੋਲ ਕੇ ਵਾਸ਼ ਕਰਦੇ ਹਾਂ। ਜਦੋਂ ਅਸੀਂ ਉਹ ਵਾਸ਼ ਨਹੀਂ ਕਰਦੇ ਤਾਂ ਫਿਰ ਬੰਦ ਹੋਣ ਦੀ ਮੁਸ਼ਕਲ ਹੁੰਦੀ ਹੈ, ਵੈਸੇ ਨਹੀਂ ਹੁੰਦੀ। ਤੇ ਜਿਹੜੇ ਮਤਲਬ ਤੁਹਾਡਾ ਉਰੇ ਰੇਨ ਵਾਟਰ ਹਾਰਵੈਸਟਿੰਗ ਹੈ, ਡ੍ਰਿਪ ਸਾਰੀ ਉਹਦੇ ਉੱਤੇ ਹੈ ਕਿ ਤੁਸੀਂ ਕੋਈ ਬੋਲ ਕਰਿਆ? ਜਦੋਂ ਬਰਸਾਤੀ ਮੌਸਮ ਹੈ, 2-3-4 ਮਹੀਨੇ ਸਾਡਾ ਜਿਹੜਾ ਕੰਮ ਹੈ ਬਰਸਾਤ ਤੋਂ ਚੱਲਦਾ ਹੈ। ਜਿਵੇਂ ਅੱਜ ਕੱਲ੍ਹ ਬਰਸਾਤ ਨਹੀਂ ਹੋ ਰਹੀ ਤਾਂ ਫਿਰ ਅਸੀਂ ਟਿਊਬਵੈੱਲ ਦਾ ਪਾਣੀ ਹੈ ਜਿਹੜਾ ਉਹਦੇ ਨਾਲ ਖੇਤੀ ਕਰਦੇ ਹਾਂ। ਸੋ ਜਿੰਨੇ ਵੀ ਮੇਰੇ ਵਿਊਅਰਸ ਦੇਖ ਰਹੇ ਨੇ, ਇਹ ਸੀਗੇ ਹਰਦੀਪ ਸਿੰਘ ਜੀ। ਇਹਨਾਂ ਦਾ ਘੱਗੇ ਦੇ ਵਿੱਚ 3 ਏਕੜ ਦੇ ਵਿੱਚ ਪੋਲੀ ਹਾਊਸ ਹੈ ਤੇ ਟੋਟਲ ਮਤਲਬ 12 ਕਿੱਲਿਆਂ ਦੇ ਵਿੱਚ ਜਿਹੜੀ ਇਹ ਸਬਜ਼ੀ ਉਗਾਉਂਦੇ ਨੇ। ਸੋ ਇੱਕ ਪ੍ਰੋਗਰੈਸਿਵ ਫਾਰਮਰ ਨੇ। ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹਨਾਂ ਨੇ ਜੋ ਵੀ ਆਪਾਂ ਨੂੰ ਗੱਲਾਂ ਦੱਸੀਆਂ ਉਹ ਸਾਰਾ ਕੁਝ ਆਪਣੇ ਹਿੱਤ ਦੇ ਵਿੱਚ ਹੈ, ਉਹ ਆਪਣੀ ਸਿਹਤ ਦੇ ਵੀ ਹਿੱਤ ਦੇ ਵਿੱਚ ਹੈ, ਉਹ ਆਪਾਂ ਨੂੰ ਇਕਨੋਮਿਕਲੀ ਵੀ ਸਪੋਰਟ ਕਰਦਾ। ਸੋ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਚੀਜ਼ ਨੂੰ ਅਪਣਾਉਣਾ ਚਾਹੀਦਾ। ਤੇ ਕਿਉਂਕਿ ਇਹਦੇ ਤੇ ਗਵਰਨਮੈਂਟ ਬਹੁਤ ਸਬਸਿਡੀ ਦਿੰਦੀ ਹੈਗੀ, ਜਿੱਦਾਂ ਦੱਸਿਆ ਇਹਨਾਂ ਨੇ 50% ਸਬਸਿਡੀ ਪੋਲੀ ਹਾਊਸ ਤੇ ਜੇ ਆਪਾਂ ਡ੍ਰਿਪ ਇਰੀਗੇਸ਼ਨ ਲਾਉਂਦੇ ਆ ਉਹਦੇ ਤੇ ਆਪਾਂ ਨੂੰ ਤਕਰੀਬਨ 90% ਸਬਸਿਡੀ ਮਿਲਦੀ ਹੈ। ਸੋ ਥੈਂਕ ਯੂ ਜੀ ਸਾਡੇ ਵਾਸਤੇ ਟਾਈਮ ਕੱਢਣ ਲਈ।